ट्रैफिक ज़्यादा आई अपने लिए उत्थे ट्रैफिक ज़्यादा आई। कोई स्नो हटाने वाला नहीं देख ला। रवि जी शो शामिल हो गए मेरे विचार से। रवि जी स्वागत है। सत श्रीकाल जी। ਜਿਹੜੇ ਆਪਣੇ ਨਾਲ ਭੈਣ ਜੀ ਹੋਣੀ ਆਪਣਾ ਦੱਸਦੇ ਜੀ ਤਰ੍ਹਾਂ ਤੇ ਮੈਂ ਬਿਲਕੁਲ ਸਹਿਮਤ ਹਾਂ ਜੀ। ਆਪਣੇ ਕਈ ਮੁੰਡੇ ਜਿਹੜੇ ਨਵੇਂ ਬਹੁਤ ਚੰਗੇ ਹੈ ਜੀ ਪਰ ਕਈ ਉਹ ਵੀ ਜਿਵੇਂ ਉਹਨਾਂ ਨੂੰ ਜਿਹੜੇ ਸਰਕਾਰ ਘਰ ਦਿੱਤੇ ਨੇ ਹੈਗੇ ਉਹ ਲੱਗਦਾ ਬਤਾਵੇਂ ਦਾ ਤੇ ਜਾਂ ਕੋਈ ਪਰੇਸ਼ਾਨ ਨਹੀਂ ਰਾਤ ਨੂੰ ਦਿਨ ਹੋਏ ਆ ਤੇ ਸਾਡੇ ਖੇਡਦੇ ਸੀ ਮੁੰਡੇ ਤੇ ਕੋਈ ਮਿਊਜ਼ਿਕ ਲਾ ਦੀ ਗੱਡੀ ਵਿੱਚ ਭੰਗੜਾ ਪਾਉਣ ਲੱਗ ਪਏ ਕੱਪੜੇ ਲਾਉਣ ਲੱਗੇ ਆਪਣੇ ਕਿਤੇ ਪੱਗਾਂ ਵਾਲੇ ਬਾਈ ਆਪਣੇ ਤੇ ਆਪਾਂ ਨਾਲ ਹੀ ਮੇਰੇ ਸਾਈਡ ਕੁੱਤੇ ਸੀ ਮੈਂ ਕਿਹਾ ਵੀ ਮੈਂ ਆਪਣੇ ਮਿਊਜ਼ਿਕ ਬਾਹਰ ਨਿਕਲਿਆ ਤੇ ਮਤਲਬ ਕਿਹਨਾਂ ਵਾਟ ਨਾਲ ਮੈਂ ਥੋੜੀ ਵਿੱਚ ਉਧਰ ਪੱਗਾਂ ਵਾਲਿਆਂ ਨੂੰ ਖਰਾਬ ਕਰ ਰਹੇ ਸੀ ਨਾ ਤੇ ਕਹਿੰਦੇ ਸਾਡੇ ਨੇ ਅਟੈਕ ਕਰਦੇ ਉਹ ਕਰਦੇ ਫਿਰ ਉਹੀ ਗੱਲ ਹੋ ਗਈ ਨਾ ਤੇ ਫਿਰ ਭੱਜ ਕੇ ਦਵਾ ਗੱਡੀ ਚੱਲ ਗਈ ਔਰ ਕੋਈ ਟਾਈਮ ਠੀਕ ਹੈ ਸਾਰੇ ਤਿੰਨ ਚਾਰ ਜਣੇ ਥੋੜਾ ਸੋਚਣਾ ਚਾਹੀਦਾ ਜੇ ਸਾਡੇ ਸਿਸਟਮ ਆ ਕੇ ਥੋੜੀ ਜਿਹੀ ਰਿਸਪੌਂਸਿਬਿਲਿਟੀ ਉਹ ਸਮਝਣੀ ਚਾਹੀਦੀ ਹੈ ਕਿਉਂਕਿ ਅਰੇ ਕਟਿੰਗ ਵਾਲਾ ਬੰਦਾ ਤਾਂ ਟਾਰਗੇਟ ਹੁੰਦਾ ਵਾਲਾ ਜ਼ਿਆਦਾ ਹੁੰਦਾ ਤੇ ਕਿੰਨਾ ਚੰਗਾ ਹੋਵੇ ਨਾ ਉੱਥੇ ਉਂਗਲ ਜ਼ਿਆਦਾ ठीक है मेहरबानी। नवजिंदर जी शो शामिल हो। ਹੈਲੋ नवजिंदर जी स्वागत है। सत श्रीकाल जी। ਪੋਪੂਲੇਸ਼ਨ ਵਧਣ ਨਾਲ ਤਾਂ ਜਿਵੇਂ ਬਾਕੀ ਕਲਾਈਸਾਂ ਦੇ ਲੋਕ ਆਉਂਦੇ ਆ ਇੱਥੇ ਪਾਉਣ ਦਾ ਵਧੀਆ ਇਹ ਜਿਵੇਂ ਤੁਸੀਂ ਦੇਖਿਆ ਹੋਣਾ ਸਟੂਡੈਂਟਸ ਜਦੋਂ ਹੋ ਕੇ ਜਾਂਦੇ ਨੇ ਸਟੂਡੈਂਟ ਨੇ ਸਾਰੇ ਜਾਣੇ ਕਿ ਕੀ ਕਰਦੇ ਨੇ ਵੀ ਹੈ ਨਾ ਜਿਵੇਂ ਪੁਰਾਣਾ ਪਲਾਜ਼ੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਵੇਂ ਡਰਾਈਵਿੰਗ ਕਰਦੇ ਆ ਕਿੰਨਾ ਸਾਰਾ ਵੀਡੀਓ ਪੈਂਦੀ ਹੈ ਫਿਰ ਉਹ ਆਪਣੀ ਕਮਿਊਨਿਟੀ ਦਾ ਨੈਗੇਟਿਵ ਪੁਆਇੰਟ ਜਾਂਦਾ ਸਭ ਤੋਂ ਵੱਡਾ ਕਿ ਆਪਣੇ ਵਰਗੇ ਲੋਕ ਉੱਥੇ ਕੀ ਕਰਦੇ ਆ ਉਹਦਾ ਉਹ ਚੀਜ਼ਾਂ ਵੀ ਬਹੁਤ ਕਰਦੀਆਂ ਆਪਣੇ ਇੱਥੇ ਇੱਕ ਬਹੁਤ ਰੈਸ਼ ਡਰਾਈਵਿੰਗ ਕਰਦੇ ਆ ਕਈ ਜਗ੍ਹਾ 'ਤੇ ਜਾਈਏ ਆਪਾਂ ਸਰਕਾਰ ਨੂੰ ਵੀ ਚਾਹੀਦਾ ਕਈ ਜਗ੍ਹਾ 'ਤੇ ਇਸ ਚੀਜ਼ ਨੂੰ ਦੂਰ ਕਰਨ ਦੀ ਲੋੜ ਆ ਬਹੁਤ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਰਸ਼ ਆ ਜਿੱਥੇ ਜਾਓਗੇ ਤੁਸੀਂ 12 ਘੰਟੇ ਦੀ ਵੇਟ ਐਮਰਜੈਂਸੀ ਦੇ ਵਿੱਚ ਇੰਨਾ ਜ਼ਿਆਦਾ ਰੱਖਿਆ ਹੈ। ठीक है मेहरबानी थैंक यू। ਤੇ ਸੇਵਾ ਸਿੰਘ ਪ੍ਰੇਮੀ ਜੀ ਦਾ ਮੈਸੇਜ ਪੜ੍ਹਤਾ ਸੀਗਾ। ਖੁਸ਼ ਧਾਲੀਵਾਲ ਜੀ ਕਹਿੰਦੇ ਨੇ ਕੋਈ ਹਸਪੀਟਲ ਹੀ ਬਣਾ ਰਿਹਾ ਹੈਗਾ ਫੈਡਰਲ ਗਵਰਨਮੈਂਟ ਨੇ ਤਾਂ ਇਲੈਕਸ਼ਨ ਟਾਈਮ ਹੈਲਥ ਕੇਅਰ ਨੂੰ ਡਿਬੇਟ ਵਿੱਚ ਇਨਕਲੂਡ ਹੀ ਨਹੀਂ ਕੀਤਾ ਤਾਂ ਫਿਰ ਅਸੀਂ ਕਿਸ ਤੋਂ ਕੀ ਉਮੀਦ ਰੱਖ ਸਕਦੇ ਹੈਗੇ ਹਾਂ। ਹਰਿੰਦਰ ਕੌਰ ਜੀ ਨੇ ਇੱਕ ਅਹਿਮ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਜੌਨ ਲੌਰੀ ਦੇ ਉੱਤੇ ਵੱਡੇ ਪੱਧਰ 'ਤੇ ਟ੍ਰੈਫਿਕ ਜਾਮ ਹੈ। ਜੋ ਕੋਈ ਵੀ ਉਸ ਰਾਹ 'ਤੇ ਜਾਣ ਦਾ ਪਲਾਨ ਕਰ ਰਿਹਾ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ। ਸੁਰਜੀਤ ਸਿੰਘ ਜੀ ਕਹਿੰਦੇ ਨੇ IT ਕਹਿੰਦੇ ਵੀ ਸਰਵਰ ਤਾਂ ਜਿਹੜੇ ਪ੍ਰਾਈਵੇਟ ਕੰਪਨੀਆਂ ਅਦਾਰੇ ਜੋ ਵੀ ਅੱਜ ਕੱਲ੍ਹ ਆਨਲਾਈਨ ਤੁਸੀਂ ਜੋਬ ਦੀ ਓਪਰਚੁਨਿਟੀ ਦੇਖ ਰਹੇ ਹੋ ਵੀ ਜੋਬ ਇੱਥੇ ਹੈਗੀ ਹੈ ਹਾਇਰਿੰਗ ਹੋ ਰਹੀ ਹੈਗੀ ਹੈ ਉਹ ਤਾਂ ਸਰਵਰ ਕਹਿੰਦੇ ਵੀ ਹੈਕ ਹੋਏ ਨੇਗੇ IT ਸੈਲਸ ਵੱਲੋਂ ਤੇ ਜੋਬਾਂ ਵੇਚ ਰਹੇ ਨੇਗੇ। ਅਦੈ ਸਿੱਧੂ ਜੀ ਕਹਿੰਦੇ ਕਾਰ ਇੰਸਟ੍ਰਕਟਰ ਟਰੱਕ ਇੰਸਟ੍ਰਕਟਰ ਨੂੰ ਇੱਕ ਲੈਟਰ ਚਾਹੀਦੀ ਹੈਗੀ ਹੈ। They do not provide you need a letter for getting instructor. She is right. No, please. अच्छा वो कहते भी ਲੈਟਰ ਹੋਣੀ ਚਾਹੀਦੀ ਹੈ। ਮੈਨੂੰ ਇਹਨਾਂ ਦਾ ਥੋੜ੍ਹਾ ਹੀ ਜਿਹੜਾ ਮੈਸੇਜ ਸਮਝ ਨਹੀਂ ਆਇਆ ਹੈ ਕਿ ਜੇ ਤੁਸੀਂ ਥੋੜ੍ਹਾ ਜਿਹਾ ਹੋਰ ਕਲੀਅਰ ਕਰ ਦਿਓ। ਸੁਖਪ੍ਰੀਤ ਜੀ ਕਹਿੰਦੇ ਨੇ
ਵੀ ਸਾਰੇ ਲੋਕਾਂ ਨੂੰ ਪਲੀਜ਼ ਇਹ ਸੁਝਾਅ ਦੇ ਦਿਓ ਵੀ ਰਿਫਲੈਕਟਿਵ ਕਲੋਥਸ ਪਾਉਣ। ਤਾਂ ਹੀ ਕਰਕੇ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਨੇ ਅੱਜ ਕੱਲ੍ਹ ਜਦੋਂ ਪੈਡੈਸਟਰੀਅਨਸ ਦੀ ਅਸੀਂ ਗੱਲਬਾਤ ਕਰਦੇ ਹੈਗੇ ਹਾਂ। ਪੈਡੈਸਟਰੀਅਨ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਚਲੋ ਫੇਟਲ ਐਕਸੀਡੈਂਟਸ ਵੀ ਹੋ ਰਹੇ ਨੇ, ਟੱਕਰ ਵੀ ਵੱਜ ਰਹੀ ਹੈ, ਸੀਰੀਅਸ ਇੰਜਰੀਜ਼ ਰਿਪੋਰਟ ਹੋ ਰਹੀਆਂ ਨੇ। ਤਾਂ ਇਸ ਕਰਕੇ ਉਹਨਾਂ ਨੇ ਸੁਝਾਅ ਦਿੱਤਾ ਵੀ ਜੋ ਤੁਸੀਂ ਪਲੀਜ਼ ਰਿਫਲੈਕਟਿਵ ਕਲੋਥਸ ਪਾਓ। ਆਲ ਬਲੈਕ ਜਦੋਂ ਆਪਾਂ ਪਾ ਲੈਂਦੇ ਕਈ ਵਾਰ ਹੁੰਦਾ ਪਤਾ ਹੀ ਨਹੀਂ ਲੱਗਦਾ, ਦਿਖਦਾ ਹੀ ਨਹੀਂ ਬੰਦਾ ਜਦੋਂ ਕ੍ਰਾਸ ਵਾਕ ਦੇ ਉੱਤੇ। ਜ਼ਰੂਰ ਇਸ ਗੱਲ ਦਾ ਖਿਆਲ ਰੱਖੋ ਰਿਫਲੈਕਟਰਸ ਪਾਏ ਹੋਣ, ਰਿਸਾਈਕਲ 'ਤੇ ਹੋਣ ਜਾਂ ਕੱਪੜਿਆਂ 'ਤੇ ਹੋਣ ਰਾਤ ਨੂੰ। ਇੱਕ ਮੈਸੇਜ ਆਇਆ ਹੈਗਾ ਜੀ 7562 ਲਾਸਟ 4 ਡਿਜਿਟਸ ਨੂੰ, ਕਹਿੰਦੇ ਚੈਸਟਮੇਅਰ ਤੋਂ ਲੈ ਕੇ 16 ਐਵਨਿਊ ਤੱਕ ਲੌਂਗ ਲਾਈਨ ਹੈਗੀ ਹੈ, ਬਹੁਤ ਵੱਡਾ ਜਾਮ ਲੱਗਿਆ ਹੋਇਆ ਹੈਗਾ। ਸਾਰੇ ਜਾਣੇ ਇਸ ਚੀਜ਼ ਦਾ ਵੀ ਖਿਆਲ ਰੱਖੇ। ਜੈਕ ਜੀ ਕਹਿੰਦੇ ਨੇ ਪਾਪੂਲੇਸ਼ਨ ਗਰੋਥ ਗੱਡੀ ਚਲਾਉਣੀ ਹੀ ਭੁੱਲ ਗਈ ਅੱਜ। ਐਜ਼ ਲੌਂਗ ਐਜ਼ ਨਾਨਾ ਸਰਵਿਸਿਜ਼ ਆਫ ਸਿਟੀ ਵੀ ਗਰੋ ਹੋ ਰਹੀਆਂ ਨੇ ਤਾਂ ਗੁੱਡ ਹੈਗਾ, ਬਿਕੋਜ਼ ਜੌਬਸ ਬਹੁਤ ਜ਼ਿਆਦਾ ਜ਼ਰੂਰੀ ਨੇ। ਗਰੋਥ ਤਾਂ ਹੁੰਦੀ ਹੈ ਪਾਪੂਲੇਸ਼ਨ ਨਾਲ, ਬਟ ਫਿਰ ਜੌਬ ਨਹੀਂ ਮਿਲਦੀ ਲੋਕਾਂ ਨੂੰ ਜੇ ਸਿਸਟਮ ਖਰਾਬ ਹੋ ਜਾਂਦਾ ਇੱਕ ਵਾਰ। ਏਅਰਪੋਰਟ ਦੇ ਉੱਤੇ ਬਹੁਤ ਵੱਡਾ ਟ੍ਰੈਫਿਕ ਜਾਮ ਹੈ, ਬਹੁਤ ਸਲੋ ਮੂਵਿੰਗ ਟ੍ਰੈਫਿਕ ਹੈ। 15 ਦੀ ਸਪੀਡ ਨਾਲ ਗੱਡੀਆਂ ਚੱਲ ਰਹੀਆਂ ਨੇ। 76 73 ਲਾਸਟ 4 ਡਿਜਿਟਸ ਨੇ ਇਹਨਾਂ ਨੇ ਭੇਜਿਆ ਹੈਗਾ। ਤੇ ਕਹਿੰਦੇ ਜੇ ਤੁਸੀਂ ਕਾਰ ਇੰਸਟ੍ਰਕਟਰ ਬਣਨਾ ਚਾਹੁੰਦੇ ਹੋ ਤੁਹਾਨੂੰ ਲੈਟਰ ਦੀ ਲੋੜ ਹੋਣੀ ਚਾਹੀਦੀ ਸਕੂਲ ਤੋਂ। ਇਹ ਗੱਲ ਕਹੀ ਹੈ ਹਦਾਇਤ ਸਿੱਧੂ ਨੇ। ਸਾਰੇ ਜਾਣਿਆਂ ਦਾ ਜਿਵੇਂ ਕਾਲਿੰਗ ਸੈਗਮੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ, ਆਪਦੇ ਵਿਚਾਰ ਰੱਖੇ। 32 ਵਿੱਚ ਦੀ ਟ੍ਰੈਫਿਕ ਘਟਣਾ ਤੇਰੇ ਟ੍ਰੈਫਿਕ ਜ਼ਿਆਦਾ। ਲੇਟ ਹੋਣੀ ਇੱਕ ਵਾਰੀ ਭਰ ਜੂ ਸਾਰੀ ਬਸ। ਗੱਡੀਆਂ ਤੇ ਭਰੀ ਪਈ ਹੈ ਇੱਧਰ ਕੋਈ ਵੀ ਨਹੀਂ ਹਟਾਉਣਾ ਯਾਰ, ਕੋਈ ਵੀ ਸਨੋ ਰਾਤ ਦੀ ਪੈਣ ਲੱਗੀ ਹੈ। ਮੇਨ ਹਾਈਵੇ ਤੇ ਨਹੀਂ ਹਟੀ ਰਾਤ ਦੀ ਤਾਂ ਮੁਲਕ ਗੱਡੀਆਂ ਦੇ ਸਲੋ ਪਹਿਲੀ ਸਲੋ ਆ। ਲਗਾਤਾਰ ਮਹੀਨਾ ਪੈਂਦੀ ਰਹੇ ਇੱਦਾਂ। ਚਲੋ ਭਾਈ ਚਲੋ 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 ਚਲੋ। ਸਿੱਧੇ ਚੱਲ ਚਲੀਏ। ਟਾਈਮ ਤੇ ਕੀ ਕਰਨਾ ਨਾ ਤੂੰ ਟਾਈਮ ਤੱਕ ਜਾਣਾ। ਸਵੇਰੇ ਸਵੇਰੇ ਪੈਸੇ ਖਰਚ ਸਿੱਧੇ ਚੱਲੀਏ। ਟ੍ਰੈਫਿਕ ਹੈ ਬਹੁਤ ਸਾਰੀ ਸਾਰੇ ਪਾਸੇ। ਮੈਨੂੰ ਲੱਗਦਾ ਕਿਉਂਕਿ ਇੱਥੇ ਉੱਥੇ ਵੀ ਜਾ ਕੇ ਲੱਗਦਾ ਹੈ ਉਹ ਇੱਕ ਬੰਦੇ ਨੇ ਬੱਸ ਵਾਲੇ ਨੇ ਸਾਰੀ ਟ੍ਰੈਫਿਕ ਜਾਮ ਕੀਤੀ ਪਈ ਹੈ, ਉਹਨੂੰ ਚਲਾਉਣੀ ਨਹੀਂ ਆਈ ਮੈਨੂੰ ਲੱਗਦਾ।
ਆਓ ਨਵਾਂ ਡਰਾਈਵਰ ਨੂੰ ਚਲਾਉਣੀ ਨਹੀਂ ਬਸ ਉਹਦੇ ਰੱਖੇ ਆ ਵੀ ਘੱਟ ਭਰੀ ਹੈ ਕੋਈ ਵੀ ਨਹੀਂ ਹੈ ਸਾਡੇ ਸਟੋਰ ਸਾਰੇ ਖਾਲੀ ਪਏ ਉਹ ਤਾਂ ਮੁੰਨਾ ਆਪਾਂ ਇੱਧਰ ਲੈਣ ਚਾਹੀਏ रुकी नहीं स्लैप करती मैं पिछले भी मैं क्या रोक ला भला इशारे तो ला लो भरावो पिछला भी भजाई लिया ही नहीं करते बेंटर बोल्टर टायर जे पकड़ जाई नहीं जो स्लिपरी बनी है फिर तक छोटिया गड्डियां का बुरा हाल हो जाता है ਉਹਦੇ ਵਿੱਚ ਵੱਡੀਆਂ ਗੱਡੀਆਂ ਦਾ ਬੇਰ ਵੀ ਕੱਢ ਕੇ ਲੈ ਜਾਂਦੇ ਹੁਣ ਉਹ ਹਿੱਲ ਤੇ ਦੇਖੀ ਤੁਹਾਡੇ ਵਾਲੇ ਉਹ ਹਿੱਲ ਤੇ ਕਿੰਨਾ ਟ੍ਰੈਫਿਕ ਵਿੱਚ ਬਸਦਾ ਵਰਗੀ ਦੂਰੋਂ ਬ੍ਰੇਕ ਲਾਉਣੀ ਅਸੀਂ चलो भाई चलो छिड़ो दबो रेस अभी यूनिवर्सिटी जान तो लेट हो गए
ਕਿੰਨ ਜਾਣਾ ਸਿੱਧਾ ਹੀ ਜਾਣਾ ਆਪਾਂ ਹਾਈਵੇ ਲੈ ਕਿੱਥੇ ਜਾਣਾ ਆਪਾਂ ਕਿੱਧਰ ਲੱਗੇ ਚੇਤਾ ਭੁੱਲ ਗਿਆ ਡਰਾਈਵਰ ਨੂੰ हेल्थ हो यार हेल्थ स्लिप हाईवे तो फुल फुल पैक अप थॉट्स कनाडा ने जो बजट पेश किया 2025 फेडरल सरकार ने मोदी सरकार ने सो इस बजट के ਵਿੱਚ ਫੈਡਰਲ ਗਵਰਨਮੈਂਟ ਇੱਕ ਪੈਕ ਜੋ ਨਜ਼ਰ ਆ ਰਿਹਾ ਉਹ ਇਹ ਹੈ ਕਿ ਵੀ ਬਿਜ਼ਨੈਸ ਨੂੰ ਮੈਨੂੰ ਉਹਦੇ ਨੂੰ ਵਧੀਆ ਰਹੂਗਾ ਉਧਰ ਨੂੰ ਜਾਣ ਨੂੰ ਨਾ ਸਪੋਰਟ ਕੀਤਾ ਜਾਵੇ ਕਿ ਹਾਊ ਡੂ ਯੂ ਗੈਟ ਮੋਰ ਇਨਵੈਸਟਮੈਂਟ ਇਨਟੂ ਕੈਨੇਡੀਅਨ ਬਿਜ਼ਨੈਸਸ ਤਾਂ ਕਿ ਜਿਹੜੇ ਕੈਨੇਡੀਅਨ ਬਿਜ਼ਨੈਸਸ ਨੇ ਮੰਨ ਲਓ ਉਹਨਾਂ ਨੇ ਕੋਈ ਨਵੀਂ ਇਕਵਿਪਮੈਂਟ ਲੈਣੀ ਹੈ ਕੋਈ ਨਵੀਂ ਟੈਕਨੋਲੋਜੀ ਲੈਣੀ ਹੈ ਜਾਂ ਵਰਕਰਸ ਨੂੰ ਟ੍ਰੇਨ ਕਰਨਾ ਇਹਨਾਂ ਚੀਜ਼ਾਂ ਵਾਸਤੇ ਇਨਵੈਸਟਮੈਂਟ ਚਾਹੀਦੀ तो इन्वेस्टमेंट का माहौल जो है वो कैनेडा से बड़ी ठंडा पै गया सीगा जिसके ऊपर के सारा फोकस ताकि इंफ्रास्ट्रक्चर से फोकस किया जा सके रोड्स में हाउसिंग है टेलीकम्युनिकेशन है इन सारे सेक्टर से इंफ्रास्ट्रक्चर फोकस है डॉक्टर साहब ये भी गल दस्यो कि एक गल का जिक्र आया है चिंता वाली है कि लो प्रोडक्टिविटी के साइकिल के ਵਿੱਚ ਕੈਨੇਡਾ ਫਸਟ ਚੁੱਕਿਆ ਹੈ ਇਹਦਾ ਕੀ ਕਿੰਨਾ ਕੁ ਮਾੜਾ ਅਸਰ ਹੈ ਤੇ ਨਾਲ ਦੀ ਨਾਲ ਇਹ ਕੈਨੇਡੀਅਨ ਜਿਹੜੀ ਇਕਨੋਮੀ ਹੈ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈਗਾ ਉਹ ਕਿਹਾ ਜਾ ਰਿਹਾ ਕਿ ਇਸ ਨਤੀਜੇ ਜੋ ਹੈ ਰਿਜ਼ਲਟ ਜੋ ਬਹੁਤ ਮਾੜੇ ਨੇ ਦੇਖੋ ਜਿਹੜਾ ਵਿਸ਼ਵ ਸਾਈਕਲ ਦੀ ਉਹਨਾਂ ਨੇ ਸਰਕਲ ਦੀ ਗੱਲ ਕੀਤੀ ਹੈ ਨਾ ਇਹ ਦੋ ਕਿਸਮ ਦੀ ਅਸੀਂ ਗੱਲਾਂ ਇਕਨੋਮਿਕਸ 'ਚ ਕਰਦੇ ਹਾਂ ਕਿ ਜਾਂ ਫਿਰ ਵਿਸ਼ਵ ਸਾਈਕਲ 'ਚ ਘੁੰਮ ਆ ਜਾ ਫਟਾਫਟ ਇੱਧਰ ਭਾਈ ਉਸ ਦੇ ਦੂਸਰੇ ਉੱਥੇ ਖੜੇ ਇੱਕੋ ਜਗ੍ਹਾ ਹੈਮਸਟਰ ਸਪੀਡ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕੋ ਜਗ੍ਹਾ ਖੜੇ ਤੁਸੀਂ ਤੁਹਾਨੂੰ ਲੱਗ ਰਿਹਾ ਵੀ ਮੈਂ ਬੜੀ ਮਿਹਨਤ ਕਰ ਰਿਹਾ ਤਾਂ ਤੁਸੀਂ ਖੜੇ ਉੱਥੇ ਇੱਕੋ ਜਗ੍ਹਾ ਤੋਂ ਵੀਲ ਦੇ ਉੱਤੇ ਤੁਹਾਡੇ ਨਾਲ ਦੂਜਾ ਇਹਨੂੰ ਕਹਿੰਦੇ ਅਸੀਂ ਵਰਚੁਅਲ ਸਾਈਕਲ ਸਾਈਕਲ ਤੁਸੀਂ ਕੋਈ ਮਿਹਨਤ ਕਰ ਰਹੇ ਹੋ ਉਹਦੇ ਨਾਲ ਤੁਸੀਂ ਕਿਤੇ ਅੱਗੇ ਨਹੀਂ ਜਾ ਰਾਈਟ ਨੂੰ ਮੁੜਦੀ ਸੋ ਜਿਹੜੀ ਇਹ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਵੀ ਅਸੀਂ ਇੱਕ ਵਿਸ਼ਵ ਸਾਈਕਲ ਦੇ ਉੱਤੇ ਇਹਨੂੰ ਸਮਝਣ ਦਾ ਇਹ ਤਰੀਕਾ ਹੋ ਸਕਦਾ ਹੈ ਕਿ ਮੰਨ ਲਓ ਵੀ ਕੋਈ ਇੱਥੇ ਆਪਣੇ ਕੋਲ ਕੋਈ ਬਿਜ਼ਨਸ ਹੈ ਕੋਈ ਪੀਜ਼ਾ ਸ਼ਾਪ ਹੈ ਜਾਂ ਕੋਈ ਹੈ ਤੇ ਉਹ ਜਿੰਨਾ ਕੁ ਉਹਨਾਂ ਕੋਲ ਇਕਵਿਪਮੈਂਟ ਹੈ ਉਹਦੇ ਹਿਸਾਬ ਨਾਲ ਮੰਨ ਲਓ ਉਹ 5 ਬ੍ਰੈਡਸ ਐਵਰੀ 1 ਆਵਰ ਬਣਾ ਲੈਂਦੇ ਹੁਣ 5 ਬਣਾ ਲੈਣਾ ਤੇ 5 ਵੇਚ ਲੈਣਾ ਇਸ ਵਿਸ਼ਵ ਸਾਈਕਲ ਕਿਉਂਕਿ ਤੁਸੀਂ ਇੱਥੋਂ 6 ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲ 6 ਜਾਂ 7 ਜਾਂ 8 ਬਣਾਉਣ ਵਾਸਤੇ ਬਹੁਤ ਜ਼ਿਆਦਾ ਇਕਵਿਪਮੈਂਟ ਚਾਹੀਦੀ ਹੈ ਨਵੀਂ ਇਕਵਿਪਮੈਂਟ ਚਾਹੀਦੀ ਹੈ ਨਵੀਂ ਇਕਵਿਪਮੈਂਟ ਖਰੀਦਣ ਲਈ ਤੁਹਾਨੂੰ ਪੈਸੇ ਚਾਹੀਦੇ ਨੇ ਸੋ ਇਹ ਇੱਕ ਵਿਸ਼ਵ ਸਾਈਕਲ ਦੇ ਮੁਕਾਬਲੇ ਤੇ ਤੋਂ ਨਿਕਲਿਆ ਕਿਵੇਂ ਜਾ ਸਕਦਾ ਜੀ ਪ੍ਰੋਡਕਟਿਵਿਟੀ ਕਿਵੇਂ ਵਧਾਈ ਜਾ ਸਕਦੀ ਹੈ ਤੇ ਇੱਕ ਤਰ੍ਹਾਂ ਇਹ ਵੀ ਦੱਸ ਦਿਓ ਕਿ ਤੁਹਾਨੂੰ ਲੱਗਦਾ ਜਿਹੜੇ ਸਟੈਪਸ ਸਰਕਾਰ ਚੱਕ ਰਹੀ ਹੈ ਜਾਂ ਦਾਅਵਾ ਕਰਦੀ ਅਸੀਂ ਲੈ ਰਹੇ ਹਾਂ ਉਹਦੇ ਵਿੱਚ ਦਮ ਹੈਗਾ ਉਹਦੇ ਨਾਲ ਫਰਕ ਪੈਣਾ ਦੇਖੋ ਕਿਸੇ ਵੀ ਸਿਸਟਮ ਨੂੰ ਜਦੋਂ ਉਹ ਪ੍ਰੋਡਕਟਿਵ ਹੋਏਗਾ ਨਾ ਉਦੋਂ ਇਨਵੈਸਟਮੈਂਟ ਉੱਤੇ ਪੈਸੇ ਇਕੱਠੇ ਕੀਤੇ ਜਾ ਸਕਦੇ ਨੇ ਜਿਹੜੀ ਪ੍ਰੋਬਲਮ ਇਹ ਹੈ ਕਿ ਉਹ ਕਈ ਚੀਜ਼ਾਂ ਨਾਲ ਜੁੜਦੀ ਹੈ one of the most important ones ਇਹ ਹੁੰਦੀ ਕਿ ਕੰਪੀਟੀਸ਼ਨ ਹੈਗਾ ਮਾਰਕੀਟ 'ਚ ਕਿ ਨਹੀਂ ਹੈ ਜਿਹੜੀ ਮਾਰਕੀਟ 'ਚ ਕੰਪੀਟੀਸ਼ਨ ਨਹੀਂ ਨਾ ਹੋਏਗਾ ਉਹਦੇ ਵਿੱਚ ਕੋਈ ਪ੍ਰੋਡਕਟਿਵਿਟੀ ਨਹੀਂ ਆਉਂਦੀ ਇਨਫੈਕਟ ਹੌਲੀ ਓਵਰ ਅ ਪੀਰੀਅਡ ਆਫ ਟਾਈਮ ਐਵਰੀਥਿੰਗ ਇਜ਼ ਲਾਈਕ ਜਿੱਦਾਂ ਮੈਂ ਕਿਹਾ ਕਿ ਠੀਕ ਚੱਲ ਰਿਹਾ ਤਾਂ ਕਿਸੇ ਨੂੰ ਕੋਈ ਇਨੋਵੇਟ ਕਰਨ ਦੀ ਲੋੜ ਹੀ ਨਹੀਂ ਤਾਂ ਹੌਲੀ ਉਹ ਸਿਸਟਮ ਅਸਲ 'ਚ
ਜਾ ਰਿਹਾ ਹੁੰਦਾ। ਹੁਣ ਤੁਸੀਂ ਦੇਖੋ ਕਿ ਟੈਲੀਕਾਮ ਸੈਕਟਰ 'ਚ ਸਾਡੇ ਕੋਲ ਕਿੰਨਾ ਕੁ ਕੰਪੀਟੀਸ਼ਨ ਹੈ ਜੀ ਜਦ ਇੱਕ ਰੋਜਰਸ ਹੈ, ਇੱਕ ਟੈਲਸ ਹੈ, ਇੱਕ ਤਾਂ ਹੋਰ ਕੋਈ ਛੋਟਾ ਮੋਟਾ ਹੈ। ਹੁਣ ਇਹਨਾਂ 'ਚ ਜੇ ਸੈਕਟਰ 'ਚ ਕੰਪੀਟੀਸ਼ਨ ਨਹੀਂ ਹੈ ਇਹਨਾਂ ਦੋਵਾਂ 'ਚ ਆਪਸ 'ਚ, ਤੇ ਉਹਨਾਂ ਨੂੰ ਕੋਈ ਇਨੋਵੇਟ ਕਰਨ ਦੀ ਲੋੜ ਕੋਈ ਨਹੀਂ। ਉਹਨਾਂ ਦਾ ਕੰਮ ਠੀਕ ਤੇ ਚੱਲ ਰਿਹਾ, ਰੋਜਰਸ ਦਾ ਵੀ ਠੀਕ ਚੱਲ ਰਿਹਾ, ਟੈਲਸ ਦਾ ਵੀ ਠੀਕ ਚੱਲ ਰਿਹਾ। ਤੁਹਾਡੇ ਕੋਲ ਤਾਂ ਕੋਈ ਚੋਇਸ ਨਹੀਂ, ਜਾਂ ਤੁਸੀਂ ਇੱਕ ਕੋਲ ਜਾਓਗੇ ਜਾਂ ਦੂਜੇ ਕੋਲ ਜਾਓਗੇ। ਸੋ ਜਦੋਂ ਕਿਸੇ ਸੈਕਟਰ ਦੇ ਵਿੱਚ ਇਹ ਇਸ ਤਰ੍ਹਾਂ ਦਾ ਕੰਪੀਟੀਸ਼ਨ ਦੀ ਜਿਹੜੀ ਐਬਿਲਿਟੀ ਹੈ ਖਤਮ ਹੋ ਜਾਂਦੀ ਹੈ, ਜਾਂ ਅਸੀਂ ਉਹਨੂੰ ਇਨਸ਼ੋਰ ਨਹੀਂ ਕਰਦੇ ਕਿ ਕੰਪੀਟੀਟਿਵ ਹੋਣ ਆਪਸ 'ਚ, ਉਸ ਵੇਲੇ ਫਿਰ ਪ੍ਰੋਡਕਟਿਵਿਟੀ ਲੋ ਹੁੰਦੀ ਹੈ, ਔਰ ਫਿਰ ਤੁਸੀਂ ਇੱਕ ਵਿਸ਼ੇਸ਼ ਕਿਸਮ ਦੀ ਜਿਹਦੀ ਅਸੀਂ ਗੱਲ ਕੀਤੀ ਉਹ 'ਚ ਫਸਦੇ ਹੋ। ਸੋ ਇਹਦਾ ਸੋਲੂਸ਼ਨ ਇੱਕ ਵਨ ਆਫ ਦੀ ਸੋਲੂਸ਼ਨ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਹੈ ਕਿ ਕੰਪੀਟੀਸ਼ਨ ਹੋਣਾ ਚਾਹੀਦਾ ਸੈਕਟਰਸ ਦੇ ਵਿੱਚ ਆਪਸ 'ਚ। ਸਿਮਿਲਰਲੀ ਤੁਸੀਂ ਦੇਖੋ ਏਅਰ ਟਰੈਵਲ ਦੇ ਵਿੱਚ ਸਾਡੇ ਕੋਲ ਕਿੰਨਾ ਕੁ ਕੰਪੀਟੀਸ਼ਨ ਹੈ। ਇੱਕ ਸਾਡੇ ਕੋਲ ਏਅਰ ਕੈਨੇਡਾ, ਇੱਕ ਵੈਸਟਜੈਟ ਹੈ, ਬਾਕੀ ਛੋਟਾ ਮੋਟਾ ਪੋਰਟਰ ਹੈ, ਫਲੇਅਰ ਹੈ, ਇਹੋ ਜਿਹੀਆਂ ਕਈ ਛੋਟੀਆਂ ਏਅਰਲਾਈਨਸ ਆਈਆਂ ਤੇ ਕਈ ਗਈਆਂ, ਪਰ ਕੰਪੀਟੀਸ਼ਨ ਦੇ ਨਾਂ ਤੇ ਸਾਡੇ ਕੋਲ ਕੁਝ ਨਹੀਂ। ਸੋ ਇੱਕ ਤੇ ਉਹਨਾਂ ਨੇ ਇਹ ਫੋਕਸ ਕੀਤਾ ਕਿ ਦੇयर ਸ਼ੁੱਡ ਬੀ ਕੰਪੀਟੀਸ਼ਨ, ਜਿਹਦੇ ਨਾਲ ਕਿ ਇੱਕ ਆਰਗੇਨਾਈਜੇਸ਼ਨ ਨੂੰ ਉਹਨੇ ਲੈਫਟ ਮਾਰਨਾ ਆਪਾਂ compete ਇੱਧਰ ਕਰਨ ਜਾਣਾ ਵਾਸਤੇ ਤਾਂ ਜਿਸ ਵਿੱਚ 4 ਹੋਰ ਖੜੀਆਂ ਹੋ ਜਾਣਗੀਆਂ ਆਸ-ਪਾਸ, ਜੀ ਤੇ ਦੇ ਵਿਲ ਹੈਵ ਟੂ ਡੂ ਸਮਥਿੰਗ ਟੂ ਸਰਵਾਈਵ। ਉੱਥੋਂ ਇਨੋਵੇਸ਼ਨ ਆਉਂਦੀ ਹੈ ਫਿਰ। ਸੋ ਇਹ ਇੱਕ ਜਿਹੜਾ ਮੇਜਰ ਫੋਕਸ ਸੀਗਾ ਇਹਨਾਂ ਦਾ। ਤੇ ਦੂਸਰਾ ਇਹ ਹੈ ਕਿ ਰੈਗੂਲੇਟਰੀ ਉਹਨੇ ਲੈਫਟ ਮੋੜਨਾ ਕੰਪਲਾਈਂਸ ਰਿਕੁਆਇਰਮੈਂਟਸ ਸੀਗੀਆਂ ਬਹੁਤ ਜ਼ਿਆਦਾ ਸੀ। ਸਿੱਧਾ ਹੀ ਆ ਗਿਆ ਬਿਜ਼ਨਸ ਜਿਹੜਾ ਪੀਜ਼ਾ ਸ਼ਾਪ ਦੀ ਸੀ ਗੱਲ ਲਾਇਆ, ਅੱਛਾ, ਇੱਥੋਂ ਮੁੜਨਾ ਹੈ। ਇਸ਼ਾਰਾ ਪਿੱਛੇ ਲਾਇਆ। ਕਿਸਮ ਦੇ ਪਰਮਿਟ ਸਵੇਰੇ ਉੱਠ ਕੇ ਡਰਾਈਵਰ ਫਾਰਮਾਂ ਨੂੰ ਭਰੇ, ਇਸ਼ਾਰਾ ਪਿੱਛੇ ਲਾ ਕੇ ਖੜਾ ਵਾ ਕਿ ਮੈਂ ਕਿਹਾ ਇੱਥੋਂ ਲੈਫਟ ਮੋੜਨਾ। ਪੂਰਾ ਸਾਰਾ એનર્ਜੀ ਟਾਈਮ ਪੈਸੇ ਜਿਹੜੇ ਨੇ ਮੋਸਟਲੀ ਜੇ ਬਿਜ਼ਨੈਸਸ ਤੇ ਰੈਗੂਲੇਟਰੀ ਰਿਕੁਆਇਰਮੈਂਟਸ 'ਚ ਲੱਗ ਜਾਂਦੇ ਨੇ, so then they have no energy, no money, no time left to do something else. So ਇਹ ਜਿਹੜਾ ਰੈਡ ਟੇਪਿਜ਼ਮ ਹੈ ਨਾ, ਪੇਪਰ ਵਰਕ ਹੈ, ਇਸ ਨੂੰ ਘਟਾਉਣ ਦੀ ਵੀ ਗੱਲ ਹੋਈ ਹੈ ਇਸ ਬਜਟ 'ਚ, which is very welcome, ਕਿਉਂਕਿ ਬਿਜ਼ਨਸ ਨੂੰ ਬਿਜ਼ਨਸ ਕਰਨਾ ਆਉਂਦਾ, ਉਹਨਾਂ ਨੂੰ ਫਾਰਮ ਭਰਨੇ ਨਹੀਂ ਆਉਂਦੇ। ਉਹਨਾਂ ਨੂੰ ਹਰ ਵੇਲੇ ਤੁਸੀਂ ਜਦ ਫਾਰਮਾਂ 'ਚ ਉਲਝਾ ਦਿੰਦੇ ਹੋ ਤੇ ਦੇਣ ਵਾਸਤੇ ਜਿਹੜੀ ਇਨਫਰਾਸਟ੍ਰਕਚਰ ਚਾਹੀਦਾ ਉਹ ਤੇ ਉਸ ਅਕਾਊਂਟੈਂਟ ਨੇ ਨਹੀਂ ਨਾ ਲਿਆਣਾ, ਉਹ ਤੇ ਉਸ ਫੈਕਟਰੀ ਦੇ ਓਨਰਸ ਨੇ ਇਨਵੈਸਟਮੈਂਟ ਲੱਭ ਕੇ ਲਿਆਣੀ ਕਿਤੋਂ। ਸੋ ਬੈਂਕ ਆਫ ਕੈਨੇਡਾ ਇਜ਼ ਡੂਇੰਗ ਵਟਐਵਰ ਦੇ ਕੈਨ, ਬਟ ਇਵੈਂਚੁਅਲੀ ਇੱਥੇ ਐਸੇ ਰੂਲਸ ਹੋਣੇ ਚਾਹੀਦੇ ਨੇ, ਗਾਈਡਲਾਈਨਸ ਹੋਣੀਆਂ ਚਾਹੀਦੀਆਂ ਨੇ, ਪ੍ਰੋਸੈਸਿਸ ਹੋਣੀਆਂ ਚਾਹੀਦੀਆਂ ਨੇ ਜਿਹੜੀ ਕਿ ਗਵਰਨਮੈਂਟ ਨੇ ਬਣਾਉਣੀ ਹੈ, ਜਿਹਦੇ ਨਾਲ ਕਿ ਬਿਜ਼ਨਸ ਕਰਨਾ ਸੌਖਾ ਹੋਵੇ। ਉਹਦੇ ਨਾਲ ਤੁਹਾਡਾ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਰਿਜ਼ੋਲਵ ਹੋਏਗਾ। ਸੋ ਬੈਂਕ ਆਫ ਕੈਨੇਡਾ ਆਪਣੇ ਆਪ 'ਚ ਕੋਈ ਵੀ ਮੇਜਰ ਚੇਂਜਸ ਨਹੀਂ, ਪਾਲਿਸੀ ਚੇਂਜਸ ਨਹੀਂ ਕਰਵਾ ਸਕਦਾ। ਉਹ ਫਾਈਨੈਂਸ਼ੀਅਲ ਆਸਪੈਕਟ ਚੇਂਜਸ ਕਰ ਸਕਦੇ ਨੇ, ਪਰ ਉਹ ਇਹ ਨਹੀਂ ਕਹਿ ਸਕਦੇ ਕਿ ਆਪਣੇ ਇੰਟਰਪ੍ਰੋਵਿੰਸ਼ੀਅਲ ਟ੍ਰੇਡ ਦੇ ਵਾਸਤੇ ਫਲਾਨਾ ਰੂਲ ਘਟਾ ਦਿਓ ਤੇ ਫਲਾਨਾ ਵਧਾ ਦਿਓ। ਦੈਟ ਇਜ਼ ਵਾਟ ਦੀ ਗਵਰਨਮੈਂਟ ਹੈਜ਼ ਟੂ ਡੂ। So that they have a specific limited role. ਉਹਨਾਂ ਤੋਂ ਜ਼ਿਆਦਾ ਇਹ ਕਹਿਣਾ ਕਿ ਵੀ ਉਹ ਕੁਝ ਕਰ ਦੇਣਗੇ, ਉਹ ਨਹੀਂ ਕਰ ਸਕਦੇ। ਇਹ ਗਵਰਨਮੈਂਟ ਨੂੰ ਤੁਸੀਂ ਇੱਦਾਂ ਸਮਝੋ ਵੀ ਇੱਕ ਨਵਾਂ ਟੀਮ ਦੇ ਵਿੱਚ ਕੋਚ ਆਇਆ, ਉਹ ਕੋਚ ਜਿਹੜਾ ਆਪਣੀ ਨਵੀਂ ਸੋਚ ਲੈ ਕੇ ਟੀਮ ਨੂੰ ਨਵੇਂ ਤਰੀਕੇ ਨਾਲ ਤਿਆਰ ਕਰਨਾ ਚਾਹੁੰਦਾ ਹੈ। ਇਹ ਗਵਰਨਮੈਂਟ ਦੇ ਉੱਤੇ ਆਉਂਦਾ ਹੈ ਜੀ। ਤੇ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕਿੱਦਾਂ ਦਾ ਕੰਪੀਟੀਸ਼ਨ ਹੋਣਾ ਚਾਹੀਦਾ ਜੀ? ਫਾਈਨੈਂਸ਼ੀਅਲ ਸਰਵਿਸਿਜ਼ 'ਚ ਜਿਹੜੀ ਗੱਲ ਹੈ, ਤੁਸੀਂ ਦੇਖੋ ਬੈਂਕ ਕਿੰਨੇ ਕੁ ਨੇ ਸਾਡੇ ਕੋਲ ਇਸ ਵਕਤ, ਜਦ ਇੱਕ 3 ਜਾਂ 4 ਬੈਂਕ ਨੇ ਜੀ, ਉਹ ਆਪਣੀਆਂ ਪਾਲਿਸੀਜ਼ ਜਿਹੜੀਆਂ ਨੇ ਉਹਨਾਂ ਨੂੰ ਕੰਪੀਟ ਕਰਨ ਦੀ ਕੋਈ ਲੋੜ ਹੀ ਨਹੀਂ ਆਪਸ 'ਚ। ਮਾਰਕੀਟ ਉਨੀ ਕੁ ਹੈਗੀ ਹੈ ਕਿ ਸਾਰੇ ਜਣਿਆਂ ਦਾ ਬਰਾਬਰ ਕੰਮ ਚੱਲੀ ਜਾਂਦਾ, ਕਿਸੇ ਦਾ ਥੋੜਾ ਜਿਹਾ ਵੱਧ ਚੱਲ ਜਾਂਦਾ, ਕਿਸੇ ਦਾ ਘੱਟ ਚੱਲ ਜਾਂਦਾ। ਸੋ ਫਾਈਨੈਂਸ਼ੀਅਲ ਜਿਹੜੇ ਕੰਪੀਟੀਸ਼ਨ ਹੈ, ਤੁਸੀਂ ਦੇਖੋ ਵੀ ਰਿਟੇਲ ਦੇ ਵਿੱਚ ਨਾ ਸਾਡੇ ਕੋਲ ਕੋਈ HSBC ਹੈ, ਨਾ ਕੋਈ ਸਾਡੇ ਕੋਲ ਸਿਟੀ ਬੈਂਕ ਹੈ। ਦੁਨੀਆ ਦੇ ਜਿੰਨੇ ਵੱਡੇ ਏਸ਼ੀਆ ਦੇ ਬੈਂਕ ਨੇ, ਰਿਟੇਲ 'ਚ ਅਸੀਂ ਕਿਸੇ ਨੂੰ ਨਹੀਂ ਆਉਂਦੇ। ਅਸੀਂ ਰਿਟੇਲ ਦੇ ਵਿੱਚ ਲੈ ਦੇ ਕੇ ਉਹ ਵੀ 2-3 ਬੈਂਕ ਨੇ। ਸੋ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਇਸ ਨੂੰ ਓਪਨ ਅਪ ਹੌਲੀ ਇਨ ਅ ਸੇਫ ਮੈਨਰ ਕਰਨਾ ਪਏਗਾ, ਤਾਂ ਕਿ ਇਨਵੈਸਟਮੈਂਟ ਦਾ ਮਾਹੌਲ ਬਣੇ ਔਰ ਇਨਵੈਸਟਰ ਜਿਹੜਾ ਗਲੋਬਲ ਉਹ ਫੀਲ ਕਰੇ ਕਿ ਜੇ ਮੈਂ ਆਪਣਾ $1 ਇੱਥੇ ਲਗਾਵਾਂਗਾ ਤੇ ਮੇਰਾ $1.5 ਬਣੇ। ਉਹ ਬਣੇ ਤੇ ਉਹਦੇ ਵਿੱਚੋਂ ਕਿਸੇ ਸਾਨੂੰ ਵੀ ਤਾਂ ਇਕੋਨਮੀ ਨੂੰ ਵੀ ਤਾਂ 10 ਸੈਂਟ ਮਿਲਣਗੇ। ਤੇ ਜੇ ਅਗਲੇ ਦੇ ਇਨਵੈਸਟਰ ਨੇ ਆਉਣਾ ਹੀ ਨਹੀਂ ਇੱਥੇ, ਇਨਵੈਸਟਰ ਤੇ ਇੱਥੋਂ ਇਨਫੈਕਟ ਬਾਹਰ ਨੂੰ ਜਾ ਰਿਹਾ। ਸੋ ਦੈਟ ਇਜ਼ ਵਾਟ ਦੀ ਪ੍ਰੋਬਲਮ ਇਜ਼ ਕਿ ਇਨਵੈਸਟਮੈਂਟ ਨਹੀਂ ਆ ਰਹੀ ਸਾਡੇ।
ਪ੍ਰੋਫੈਸਰ ਸਾਹਿਬ ਇਹ ਵੀ ਦੱਸਿਓ ਵੀ ਬੈਂਕਸ ਨੂੰ ਸੀਮਿਤ ਕਿਉਂ ਕੀਤਾ ਗਿਆ ਸੀ, ਇੰਨੀ ਨੰਬਰ ਕਿਉਂ ਰੱਖਿਆ ਗਿਆ ਵੀ ਇੰਨੀ ਬੈਂਕ ਹੋਣੇ ਚਾਹੀਦੇ, ਤੇ ਕਾਰਨ ਕੀ ਰਿਹਾ? ਦੇਖੋ ਇਹ ਵੀ ਹਿਸਟੋਰੀਕਲੀ ਜਿਸ ਤਰ੍ਹਾਂ ਅਸੀਂ ਇਵੋਲਵ ਕੀਤੇ ਨਾ ਐਜ਼ ਅ ਕੰਟਰੀ, ਪੂਰੇ ਵਿੱਚ ਇਟ ਵਿਲ ਗੋ ਇਨਟੂ ਅ ਲੌਂਗਰ ਡਿਸਕਸ਼ਨ देयर ਕਿ ਜਿਸ ਇਹਦਾ ਇੱਕ ਪਰਪਸ ਸੀਗਾ ਕਿ ਵੀ ਵਾਂਟਡ ਟੂ ਬੀ ਸ਼ੋਰ ਕਿ ਜਿਹੜਾ ਸਾਡਾ ਫਾਈਨੈਂਸ਼ੀਅਲ ਸੈਕਟਰ ਹੈ ਉਹ ਕੇਅਰਫੁਲੀ ਡਿਜ਼ਾਈਨ ਕੀਤਾ ਗਿਆ, ਡਿਵੈਲਪ ਕੀਤਾ ਗਿਆ ਔਰ ਇੰਸ਼ੋਰ ਕੀਤਾ ਗਿਆ ਕਿ ਉਹਦੇ ਆਸ-ਪਾਸ ਗਾਰਡ ਰੇਲ ਝਗੜੇ ਲਗਾਏ ਗਏ ਤਾਂ ਕਿ ਉਹ ਗਲੋਬਲ ਇਨਫਲੂਐਂਸਸ ਤੋਂ ਬਚਿਆ ਰਹੇ। ਜੇ ਮਾਰਕੀਟ 'ਚ ਸਡਨਲੀ ਕੋਈ ਮੰਨ ਲਓ ਲੀਮਨ ਬ੍ਰਦਰਸ ਦਾ 2009-10 ਦੇ ਵਿੱਚ ਮਾਰਕੀਟ ਕ੍ਰੈਸ਼ ਹੋਈ ਤੇ ਉਹਦੇ ਨਾਲ ਸਾਡੇ ਇਕਨੋਮੀ ਤੇ ਇੰਨਾ ਜ਼ਬਰਦਸਤ ਫਰਕ ਨਹੀਂ ਸੀ ਪਿਆ, ਜਿਹਾ ਸੀ ਪਰ ਇੰਨਾ ਨਹੀਂ ਸੀ ਪਿਆ ਜਿੰਨਾ ਅਮਰੀਕਾ 'ਚ ਪੈ ਗਿਆ। ਕਿਉਂ? ਕਿਉਂਕਿ ਸਾਡੇ ਗਾਰਡ ਰੇਲਸ ਬੜੇ ਸੋਲਿਡ ਸੀ। ਸੋ ਉਹ ਗਾਰਡ ਰੇਲਸ ਦਾ ਇੱਕ ਪਰਪਸ ਸੀਗਾ ਕਿ ਵੀ ਅਸੀਂ ਮਾਰਕੀਟ ਇਨਫਲੂਐਂਸਸ ਦੇ ਵਿੱਚ ਆ ਕੇ ਸਡਨਲੀ ਓਵਰਨਾਈਟ ਕਦੀ ਕੋਈ ਰਿਸਕ ਨਾ ਖਿਲਾਓ। ਪਰ ਇਵੈਂਚੁਅਲੀ ਹੋਇਆ ਇਹ ਕਿ ਵੀ ਗॉट ਸੋ ਕੰਪਲੈਸੈਂਟ ਕਿ ਵੀ ਉਹ ਠੀਕ ਚੱਲ ਰਿਹਾ, ਚੱਲਣ ਦਿਓ, ਉਹਨੂੰ ਛੇੜਾਖਾਨੀ ਕਰਨ ਦੀ ਕੋਈ ਲੋੜ ਨਹੀਂ, ਇਨੋਵੇਸ਼ਨ ਕਰਨ ਦੀ ਕੋਈ ਲੋੜ ਨਹੀਂ। ਜਦ ਤੱਕ ਥੋੜਾ ਬਹੁਤ ਕੰਪੀਟੀਸ਼ਨ ਨਹੀਂ ਹੋਏਗਾ, ਚਾਹੇ ਉਹ 에ਅਰ ਟਰੈਵਲ ਹੈ ਜਾਂ ਹੁਣ ਤੁਸੀਂ ਦੇਖੋ ਇੱਕ ਸੀਐਨ ਦੋ ਹੀ ਨੇ ਰੇਲਵੇ ਸੋਚ ਕੇ ਹੈ ਨਾ, ਔਰ ਸੀਐਨ ਦਾ ਰੇਲ ਟਰੈਕ ਆਪਣੇ ਨੇ, ਸੀਪੀ ਦੇ ਆਪਣੇ ਨੇ, ਕੋਈ ਉਹਨਾਂ ਨੂੰ ਖਾਸ ਕੰਪੀਟੀਸ਼ਨ ਦੀ ਲੋੜ ਹੀ ਨਹੀਂ। ਉਹ ਆਪਸ 'ਚ ਹੀ ਦੋਵੇਂ ਜਣੇ ਜਿੰਨਾ ਕੰਪੀਟੀਸ਼ਨ ਕਰ ਲੈਂਦੇ ਨੇ। ਪਰ ਤੁਸੀਂ ਯੂਰਪ 'ਚ ਜਾ ਕੇ ਦੇਖੋ ਤਾਂ ਉੱਥੇ ਕਿੰਨਾ ਕੰਪੀਟੀਸ਼ਨ ਹੈ ਰੇਲ ਦੇ ਵਿੱਚ, ਰੋਡ ਦੇ ਵਿੱਚ। ਸੋ कंपटीशन चाहे फाइनेंस से है, चाहे इंफ्रास्ट्रक्चर से है, चाहे टेलीकॉम से है, अल्टीमेटली वही मार्केट बुक होता है। तो इन अ सेफ वेल डिजाइंड मैनर ये सानू खोलना पैना है। दिस इज वेयर वी आर गोइंग नाउ ਜੀ ਡਾਕਟਰ ਰਾਜਵੀਰ ਭੱਟੀ ਜੀ ਨਾਲ ਸਾਡੀ ਗੱਲਬਾਤ ਜਾਰੀ ਰਹੂਗੀ। ਛੋਟੀ ਜਿਹੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਸਨੋ ਨਹੀਂ ਹਟਾਈ ਕਿਤੇ ਵੀ, ਕਿਤੇ ਤਾਂ ਸਨੋ ਹਟਾ ਦੇ।